गौरव जी ਇੰਨੀਆਂ ਵਾਰਨਿੰਗਸ ਇਸ਼ੂ ਹੋਣ ਦੇ ਬਾਵਜੂਦ IMD ਵਾਰ-ਵਾਰ ਇਸ ਚੀਜ਼ ਨੂੰ ਦੁਹਰਾਉਂਦਾ ਰਿਹਾ ਕਿ ਆ ਸਟੇਟਸ ਦੇ ਵਿੱਚ ਹੈਵੀ ਰੇਨਫਾਲ ਇਜ਼ ਪ੍ਰੈਡਿਕਟਡ। ਉਹਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਕੰਕਰੀਟ ਸਟੈਪਸ ਨਹੀਂ ਲਏ ਇਨ ਆਰਡਰ ਟੂ ਇਨਸ਼ੋਰ ਕਿ ਪੰਜਾਬ ਦਾ ਨੁਕਸਾਨ ਨਾ ਹੋਵੇ। ਸੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਹਿਲਾ ਸਵਾਲ, ਵਾਰਨਿੰਗ ਦੇ ਬਾਵਜੂਦ ਤੁਸੀਂ ਉਹਨੂੰ ਇਗਨੋਰ ਕਿਉਂ ਕੀਤਾ? ਸਵਾਲ ਨੰਬਰ ਦੂਜਾ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੱਲ ਬਹੁਤ ਵੱਡਾ ਦਾਅਵਾ ਕੀਤਾ ਕਿ ਅਸੀਂ ਮੁਆਵਜ਼ਾ ਦੇ ਰਹੇ ਹਾਂ ਜੀ, ਅਸੀਂ ਚੈੱਕ ਵੰਡ ਰਹੇ ਹਾਂ ਜੀ। ਸੋ ਗੌਰਵ ਜੀ, ਸਵਾਲ ਨੰਬਰ 1 ਏਕੜ ਦੇ ਪਿੱਛੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਕਿੰਨਾ ਮੁਆਵਜ਼ਾ ਦੇ ਰਹੀ ਹੈ? ਸਵਾਲ ਨੰਬਰ ਦੂਜਾ ਬੜਾ ਅਹਿਮ ਸਵਾਲ ਹੈ, ਪੂਰਾ ਪੰਜਾਬ ਜਾਨਣਾ ਚਾਹੁੰਦਾ ਹੈ। ਤੀਜਾ ਸਵਾਲ ਇਹ ਹੈ ਕਿ ਇਹ ਕਹਿ ਰਹੇ ਹੈ ਘਰਾਂ ਪਿੱਛੇ, ਪਸ਼ੂਆਂ ਪਿੱਛੇ, ਉਹ ਸਟੈਂਡਰਡ ਰੇਟ ਕੀ ਹੈ, ਕਿੰਨਾ ਮੁਆਵਜ਼ਾ ਦੇ ਰਹੇ ਹੋ, ਅਮਾਉਂਟ ਪੂਰੇ ਪੰਜਾਬ ਨੂੰ ਦੱਸੋ। ਤੇ ਚੌਥਾ ਸਵਾਲ ਗੌਰਵ ਜੀ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੱਲ ਕਿੰਨੇ ਲੋਕਾਂ ਨੂੰ ਮੁਆਵਜ਼ਾ ਦਿੱਤਾ ਤੇ ਕਿੰਨਾ ਮੁਆਵਜ਼ਾ ਦਿੱਤਾ, ਕਿੰਨੇ ਲੋਕਾਂ ਨੂੰ ਤੇ ਕਿੰਨਾ ਅਮਾਉਂਟ ਐਜ਼ ਕੰਪਨਸੇਸ਼ਨ ਐਜ਼ ਮੁਆਵਜ਼ਾ ਦਿੱਤਾ ਇਹਨਾਂ ਨੇ? ਕਿਉਂਕਿ ਹਜੇ ਤੱਕ ਜਿਹੜੇ ਬੁਲਾਰਿਆਂ ਨੂੰ ਮੈਂ ਸਵਾਲ ਪੁੱਛਿਆ ਗੌਰਵ ਜੀ ਅੱਜ ਦੀ ਡਿਬੇਟ ਦੇ ਵਿੱਚ, ਕਿਸੇ ਬੁਲਾਰੇ ਕੋਲੇ ਇਸ ਚੀਜ਼ ਦਾ ਜਵਾਬ ਨਹੀਂ ਸੀਗਾ। ਤੀਜੀ ਗੱਲ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੀ ਇਹ ਨਹੀਂ ਪਤਾ ਕਿ 19 ਜ਼ਿਲ੍ਹਿਆਂ ਦੇ ਵਿੱਚ ਤੇ 1400 ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਤੇ ਇਸ ਚੀਜ਼ ਨੂੰ ਸਵਾ ਮਹੀਨਾ, ਡੇਢ ਮਹੀਨਾ ਹੋ ਚੁੱਕਿਆ ਹੈ ਤੇ ਹਜੇ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਕਰੀਟ ਸਟੈਪ ਤਾਂ ਕੀ ਲੈਣੇ ਸੀਗੇ? ਇਹਨਾਂ ਦਾ ਧਿਆਨ ਸੀਗਾ ਜੀ ਦਿੱਲੀ ਵੱਲ, ਬੰਗਲੌਰ ਵੱਲ, ਪਟਨਾ ਵੱਲ, ਮਮਤਾ ਜੀ ਨੂੰ ਮਿਲਣ ਜਾਣਾ ਜੀ, ਹਰਿਆਣਾ ਜਾਣਾ ਜੀ, ਹੋਰ ਪਾਸੇ ਜਾਣਾ ਜੀ, ਮਤਲਬ ਪੰਜਾਬ ਪ੍ਰਾਇੋਰਟੀ ਰਹੀ ਨਹੀਂ ਕਦੇ। ਤੇ ਇੱਕ ਵਾਅਦਾ ਕਰਦੇ ਹੁੰਦੇ ਸੀ ਗੌਰਵ ਜੀ ਜਦੋਂ ਸਰਕਾਰ ਬਣੀ ਨਹੀਂ ਸੀ, ਕਹਿੰਦੇ ਸੀ ਅਸੀਂ ਦਿੱਲੀ 'ਚ 50,000 ਪਰ ਹੈਕਟੇਅਰ ਦਿੰਨੇ ਆ, ਪਰ ਹੈਕਟੇਅਰ। ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੱਸੇ ਦੋਗੇ ਤੁਸੀਂ 50,000 ਪਰ ਹੈਕਟੇਅਰ ਪੰਜਾਬ 'ਚ? ਖੜਿਆਲ ਸਾਹਿਬ, ਤੁਸੀਂ ਮੈਂ ਉਹੀ ਸਮਝਣਾ ਚਾਹ ਰਿਹਾ ਕਿ ਤੁਸੀਂ ਜਿਹੜਾ ਪਹਿਲਾ ਨੁਕਸਾਨ ਹੋਇਆ ਉਸ ਦੇ ਉੱਤੇ ਫੋਕਸ ਕਰ ਰਹੇ ਹੋ। ਇੱਕ ਕਰੰਟ ਸਿਚੁਏਸ਼ਨ ਇਸ ਸਮੇਂ ਖਾਸ ਤੌਰ ਤੇ ਰੋਪੜ ਦੇ ਵਿੱਚ, ਹੁਸ਼ਿਆਰਪੁਰ ਦੇ ਜ਼ਿਲ੍ਹਿਆਂ ਦੇ ਵਿੱਚ ਜਾਂ ਫਿਰ ਮਾਝੇ ਵਾਲੇ ਪਾਸੇ ਬਣੀ ਹੋਈ ਹੈ। ਤੁਸੀਂ ਫੋਕਸ ਕਰ ਰਹੇ ਹੋ ਕਿ ਜਿਹੜਾ ਪਹਿਲਾਂ ਘੱਗਰ ਦੀ ਵਜ੍ਹਾ ਦੇ ਨਾਲ ਜਾਂ ਸਤਲੁਜ ਦੀ ਵਜ੍ਹਾ ਦੇ ਨਾਲ ਨੁਕਸਾਨ ਹੋਇਆ ਉਹਦਾ ਕਿੰਨਾ ਮੁਆਵਜ਼ਾ ਦਿੱਤਾ? ਮੈਂ ਕਹਿੰਦਾ ਦੋਵਾਂ ਦਾ ਦੱਸਦੇ ਨੇ, ਦੋਵਾਂ ਦਾ। ਤੇ ਸਭ ਤੋਂ ਅਹਿਮ ਸਵਾਲ ਪਤਾ ਕੀ ਹੈ ਗੌਰਵ ਜੀ, ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਭਗਵੰਤ ਮਾਨ ਸਾਹਿਬ ਕਹਿ ਦਿੰਦੇ ਨਾ ਕਿ ਅਸੀਂ ਸੈਂਟਰ ਤੋਂ ਭੀਖ ਨਹੀਂ ਮੰਗਾਂਗੇ, ਇਹ ਤੋਂ ਵੱਡੇ ਇਨਐਕਸਪੀਰੀਅੰਸ, ਇਹ ਤੋਂ ਵੱਡੀ ਇਨਕੰਪੀਟੈਂਸ ਦਾ ਕੋਈ ਸਬੂਤ ਨਹੀਂ ਹੋ ਸਕਦਾ। ਗੌਰਵ ਜੀ, ਤੁਸੀਂ ਬਤੌਰ ਐਂਕਰ ਦੱਸੋ ਕਿ ਪੰਜਾਬ ਦਾ ਹੱਕ ਨਹੀਂ ਉਹ ਪੈਸੇ ਤੇ, ਰਿਲੀਫ ਦੇ ਪੈਸੇ ਤੇ? ਸਾਰੇ ਸੂਬੇ ਮੰਗਦੇ ਆ, ਸਾਰੇ ਸੂਬਿਆਂ ਨੂੰ ਪੈਸੇ ਮਿਲਦੇ ਆ। ਤੇ ਉਦਾਹਰਨ ਦੇ ਤੌਰ ਤੇ ਕੇਰਲਾ ਨੂੰ 600 ਕਰੋੜ ਰੁਪਏ ਦਾ ਐਡਵਾਂਸ ਰਿਲੀਫ ਪੈਕੇਜ ਦਿੱਤਾ ਸੀ ਸੈਂਟਰ ਨੇ। ਸਾਡੀ ਸਰਕਾਰ ਕਹਿ ਰਹੀ ਆਮ ਆਦਮੀ ਪਾਰਟੀ ਦੀ, ਅਸੀਂ ਭੀਖ ਨਹੀਂ ਜੀ ਮੰਗਾਂਗੇ, ਬਹੁਤ ਪੈਸਾ ਸਾਡੇ ਕੋਲੇ। ਸੋ ਪਾਸੀ ਸਾਹਿਬ ਆਪਾਂ ਜਵਾਬ ਲੈ ਲੈਣੇ ਆ ਸਰ ਜੀ। ਸੋ ਇਹਨਾਂ ਨੂੰ ਐ ਪੁੱਛ ਲਓ ਜੇ ਬਹੁਤ ਪੈਸਾ ਹੈਗਾ ਤਾਂ ਦੋਗੇ ਲੱਖ ਰੁਪਏ ਏਕੜ? ਨਹੀਂ, ਵੈਲਿਡ ਸਵਾਲ ਹੈ ਤੁਹਾਡਾ, ਮੈਂ ਉਸ ਪੁਆਇੰਟ ਦੇ ਉੱਤੇ ਆਵਾਂਗਾ। ਮੈਂ ਇੱਕ ਵਾਰ ਸਾਰੇ ਨੂੰ ਐਡ ਕਰ ਲਵਾਂ, ਮੈਂ ਤੁਹਾਡੀ ਇਸ ਪੁਆਇੰਟ ਦੇ ਉੱਤੇ ਜਵਾਬ ਲਵਾਂਗਾ, ਪਰ ਪਹਿਲਾਂ ਮੈਂ ਧਾਰਨੀ ਸਾਹਿਬ ਔਰ ਚੰਨੀ ਦਾ ਰੁਖ ਕਰਦਾ। ਧਾਰਨੀ ਸਾਹਿਬ, ਅਕਾਲੀ ਦਲ ਨੂੰ ਕਿਵੇਂ ਲੱਗ ਰਿਹਾ? ਕਿਉਂਕਿ ਦੇਖੋ ਸਿਚੁਏਸ਼ਨ ਹੈ, ਕਈ ਵਾਰੀ ਅਜਿਹੀ ਸਿਚੁਏਸ਼ਨ ਹੁੰਦੀ ਹੈ ਜਦੋਂ ਸਿਆਸਤ ਤੋਂ ਉੱਤੇ ਉੱਠ ਕੇ ਵੀ ਗੱਲ ਕਰਨੀ ਪੈਂਦੀ ਹੈ ਕਿ ਵਾਕਈ ਇਸ ਸਮੇਂ ਖਾਸ ਤੌਰ ਤੇ ਰੋਪੜ ਵਾਲੇ ਇਲਾਕੇ ਦੇ ਵਿੱਚ ਜਾਂ ਜਿੱਥੇ ਜਿੱਥੇ ਪਾਣੀ ਦੀ ਮਾਰ ਪਈ ਹੈ ਉਸ ਪੂਰੇ ਇਲਾਕੇ ਦੇ ਵਿੱਚ ਸਥਿਤੀ ਕੰਟਰੋਲ ਦੇ ਵਿੱਚ ਨਜ਼ਰ ਆਈ ਹੈ? ਧਾਰਨੀ ਸਾਹਿਬ ਸ਼ਾਇਦ ਮਿਊਟ ਕੀਤਾ ਹੋਇਆ, ਤੁਸੀਂ ਅਨਮਿਊਟ ਕਰ ਲਓ, ਤੁਹਾਡੀ ਆਵਾਜ਼ ਨਹੀਂ ਆ ਰਹੀ। ਚਲੋ ਮੈਂ ਦੁਬਾਰਾ ਰੁਕ ਕਰਦਾ, ਉਨੀ ਦੇਰ ਮੈਂ ਚੰਨੀ ਸਾਹਿਬ ਦਾ ਰੁਕ ਕਰਾਂ। ਮੈਂ ਧਾਰਨੀ ਤੁਹਾਡੇ ਕੋਲ ਵਾਪਸ ਆਉਂਗਾ ਤਾਂ ਕਿ ਤੁਹਾਡੀ ਗੱਲ ਸਾਡੇ ਦਰਸ਼ਕਾਂ ਤੱਕ ਪਹੁੰਚ ਸਕੇ। ਚੰਨੀ ਸਾਹਿਬ, ਦੋਵੇਂ ਚੀਜ਼ਾਂ ਇਨਫੈਕਟ ਜੋ ਖੜਿਆਲ ਸਾਹਿਬ ਵੀ ਜ਼ਿਕਰ ਕਰ ਗਏ ਕਿ ਸੈਂਟਰ ਤੋਂ ਪੈਸਾ ਨਹੀਂ ਲੈਣਾ, ਇਹ ਸਰਕਾਰ ਜ਼ਿਕਰ ਕਰ ਰਹੀ ਹੈ ਜਾਂ ਮੁੱਖ ਮੰਤਰੀ ਜ਼ਿਕਰ ਕਰ ਰਹੇ ਨੇ। ਇੱਕ ਪੁਆਇੰਟ ਉਹ ਦੇਖੋ, ਗੱਲ ਇਹ ਹੈ ਕਿ ਸਰਕਾਰ ਮੰਗੇ ਨਾ ਮੰਗੇ, ਪਰ ਜੇ ਸੈਂਟਰ ਦੇ ਵੱਲੋਂ ਗ੍ਰਾਂਟ ਦਿੱਤੀ ਜਾਂਦੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਦਿੱਤੀ ਜਾਂਦੀ ਹੈ, ਉਹ ਪੁਆਇੰਟ। ਤੇ ਦੂਜਾ, ਮੌਜੂਦਾ ਸਥਿਤੀ ਨੂੰ ਬੀਜੇਪੀ ਕਿਵੇਂ ਦੇਖ ਰਹੀ ਹੈ ਜੋ ਹੜ੍ਹ ਵਾਲੀ ਸਿਚੁਏਸ਼ਨ ਬਣੀ ਹੋਈ? देखो गौरव जी, गल ये हैगी है कि बहुत माड़ी किस्मत मैं कहूँगा पंजाब दी है ते सानू सारे पंजाबियों नू, सारियां पोलीटिकल पार्टीज़ नू बहुत दुख है इस गल दा कि पंजाब सरकार ने, जिवें आपां कहंदे हुंदे ना कि वेले दा काम ते कवेले दीयां टक्करां, इन्हां ने जदों टाइम रहिंदा सीगा उदों ਇਹ ਕੋਈ ਨਵੀਂ ਪ੍ਰਥਾ ਨਹੀਂ ਹੈਗੀ, ਨਵੀਂ ਕੋਈ ਚੀਜ਼ ਨਹੀਂ ਹੈਗੀ ਵੀ ਪੰਜਾਬ ਦੇ ਵਿੱਚ ਮੀਂਹ ਪੈਂਦਾ ਹੈ ਜਾਂ ਕੈਚਮੈਂਟ ਏਰੀਆ ਦੇ ਵਿੱਚ ਮੀਂਹ ਪੈਂਦਾ ਹੈ ਤੇ ਜਿਹੜਾ ਪਾਣੀ ਆਂਦਾ ਉਹ ਛੱਡਿਆ ਜਾਂਦਾ ਹੈ। ਗੱਲ ਇਹ ਹੈਗੀ ਹੈ ਕਿ ਉਹ ਪਾਣੀ ਤਾਂ ਅਲਟੀਮੇਟਲੀ ਸਮੁੰਦਰ 'ਚ ਜਾਣਾ ਹੁੰਦਾ ਹੈ, ਪਰ ਅਸੀਂ ਉਹਨੂੰ ਇੱਕ ਚੈਨਲਾਈਜ਼ ਕਰਕੇ ਇਨਸ਼ੋਰ ਕਰਨਾ ਹੁੰਦਾ ਕਿ ਜਿਹੜਾ ਪਾਣੀ ਆਂਦਾ ਹੈਗਾ ਬਰਸਾਤਾਂ ਦਾ
ਉਹ ਪਾਣੀ ਜਿਹੜਾ ਹੈਗਾ ਉਹ ਅੱਗੇ ਨਿਕਲ ਜੇ। ਪਰ ਉਸ ਦੇ ਵਿੱਚ ਤੁਸੀਂ ਦੇਖੋ ਵੀ ਕੋਈ ਤਿਆਰੀ ਨਹੀਂ ਸੀਗੀ ਪੰਜਾਬ ਸਰਕਾਰ ਦੀ, ਜਿਸ ਕਰਕੇ 19 ਜ਼ਿਲ੍ਹੇ ਤੇ ਕਿੰਨੇ ਘਰ ਤੇ ਕਿੰਨੇ ਸਾਡੇ ਜੀ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਤੇ ਪਸ਼ੂ ਕਿੰਨਾ ਨੁਕਸਾਨ ਹੋਇਆ ਜੀ। ਤੇ ਹੁਣ ਤੁਸੀਂ ਦੇਖੋ ਅਜੇ ਤੱਕ ਇਹ ਕੋਈ ਗੱਲ ਨਹੀਂ ਇਹਨਾਂ ਨੇ ਕਲੀਅਰ ਕੀਤੀ ਕਿ ਅਸੀਂ ਸਾਡਾ ਨੁਕਸਾਨ, ਪਹਿਲਾਂ ਤਾਂ ਨੁਕਸਾਨ ਤੇ ਜ਼ੋਰ ਪਾਉਂਦੇ ਰਹੇ। ਜਿੰਨੇ ਮੈਂਬਰ ਪਾਰਲੀਮੈਂਟ ਸੀ ਉਹਨੂੰ ਕਹਿੰਦੇ ਜੀ 20,000 ਕਰੋੜ ਰੁਪਏ ਦਾ ਪੈਕੇਜ, ਫਿਰ ਆ ਗਏ ਜੀ 1500 ਤੇ ਹੁਣ ਸ਼ਾਇਦ 12-1300 ਕਰੋੜ ਤੇ ਕਹਿੰਦੇ ਨੇ। ਔਰ ਉਹਦੇ ਵਿੱਚ ਵੀ ਅਜੇ ਇਹਨਾਂ ਫਿਰ ਇਹ ਕਹਿੰਦੇ ਵੀ ਸਾਡੇ ਕੋਲ ਤਾਂ ਪੈਸੇ ਬਹੁਤ ਜ਼ਿਆਦਾ ਸਾਨੂੰ, ਹਾਲਾਂਕਿ ਗਵਰਨਮੈਂਟ ਆਫ ਇੰਡੀਆ ਨੇ 218 ਕਰੋੜ ਰੁਪਈਆ ਭੇਜਿਆ ਹੋਇਆ, ਨਾ ਤਾਂ ਆਪਦੇ ਵੰਡਦੇ ਨੇ ਤੇ ਨਾ ਜਿਹੜੇ ਗਵਰਨਮੈਂਟ ਆਫ ਇੰਡੀਆ ਤੋਂ ਆਏ ਉਹ ਵੰਡਦੇ ਨੇ। ਤੇ ਹੋਰ ਤੁਸੀਂ ਦੇਖੋ ਇੰਨੀ ਮਾੜੀ ਕਿਸਮਤ ਹੈਗੀ ਹੈ ਕਿ ਅੱਜ ਟਵੀਟ ਇੱਕ ਕੀਤਾ ਕਿ ਜੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਿਲਕੁਲ ਅੰਡਰ ਕੰਟਰੋਲ ਹੈ, ਅਸੀਂ ਸਾਰੇ ਲੱਗੇ ਹੋਏ ਆ, ਕਿਸੇ ਬੰਦੇ ਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ। ਤੇ ਤੁਹਾਡੇ ਸਾਰੇ ਟੀਵੀ ਚੈਨਲ ਦਿਖਾ ਰਹੇ ਆ ਕੀ ਤਾਂ ਆਨੰਦਪੁਰ ਸਾਹਿਬ ਦੇ ਵਿੱਚ ਪਿੰਡਾਂ ਦਾ ਹਾਲ ਹੈ, ਕੀ ਦੀਨਾ ਨਗਰ ਦਾ, ਕੀ ਮਕੇਰੀਆਂ, 6-6 ਫੁੱਟ ਪਾਣੀ ਚੱਲ ਰਿਹਾ। ਭਾਈ ਜੇ ਸਾਰਾ ਕੁਝ ਅੰਡਰ ਕੰਟਰੋਲ ਹੈ ਤੇ ਜਿਹੜਾ 6-6 ਫੁੱਟ ਪਾਣੀ ਆ ਗਿਆ ਉੱਥੇ ਆਪਣੇ ਲੋਕਾਂ ਦੇ ਘਰਾਂ 'ਚ ਵੜ ਗਿਆ, ਹੋਰ ਸਾਰੇ ਫਸਲਾਂ 'ਚ ਆ ਗਿਆ, ਸਾਰਾ ਕੁਝ ਹੋ ਗਿਆ, ਉਹ ਪਾਣੀ ਕਿਉਂ ਆ ਗਿਆ, ਕਿੱਥੋਂ ਆ ਗਿਆ, ਜੇ ਕੰਟਰੋਲ ਹੈਗਾ। ਪਰ ਇਹ ਅਸੀਂ ਇਸ ਗੱਲ ਨੂੰ ਸਮਝ ਨਹੀਂ ਰਹੇ। ਹੁਣ ਤੁਸੀਂ ਹੋਰ ਦੇਖੋ, ਇਹ ਤਾਂ ਜਿਹੜਾ ਕੈਚਮੈਂਟ ਏਰੀਆ ਦੇ ਵਿੱਚ ਅਜੇ ਵੀ ਗੌਰਵ ਜੀ ਯੈਲੋ ਅਲਰਟ ਹੈ, 4-5 ਦਿਨ ਮੀਂਹ ਅਜੇ ਹੋਰ ਪੈਣਾ। ਔਰ ਹੁਣ ਜਿਹੜਾ ਸਾਡਾ ਚਾਹੇ ਭਾਖੜਾ ਡੈਮ ਹੈ, ਜਿਵੇਂ ਤੁਸੀਂ ਪਹਿਲਾਂ ਦੱਸਿਆ, ਚਾਹੇ ਪੌਂਗ ਹੈ, ਉਹਦੇ ਵਿੱਚ ਕੋਈ ਕੈਪੈਸਿਟੀ ਨਹੀਂ ਰਹੀ ਟੂ ਰਿਟੇਨ ਦੀ ਵਾਟਰ। ਹੁਣ ਤਾਂ ਜਿੰਨਾ ਆਣਾ ਉਹ ਅੱਗੇ ਜਾਣਾ ਹੀ ਜਾਣਾ, ਉਹ ਪੂਰੇ ਭਰੇ ਬੈਠੇ ਨੇ, 1-2-3 ਫੁੱਟ ਤੇ ਹੈਗਾ ਆਪਣਾ ਭਾਖੜਾ ਤੇ ਉਹਦੇ ਮੈਂ ਚੰਨੀ ਜੀ ਵਿਚਾਲੇ ਰੋਕਿਆ, ਇੱਕ ਛੋਟਾ ਜਿਹਾ ਜਵਾਬ ਤੁਹਾਡੇ ਤੋਂ ਜ਼ਰੂਰ ਚਾਹੂੰਗਾ। ਤੁਸੀਂ ਖੁਦ ਐਡਮਿਨਿਸਟ੍ਰੇਸ਼ਨ ਨੂੰ ਬਹੁਤ ਨੇੜੇ ਤੋਂ ਦੇਖਿਆ, ਅੱਜ ਜਿਹੜੇ ਮੌਜੂਦਾ ਸਮੇਂ ਚਾਹੇ ਰੋਪੜ ਦੇ ਡੀਸੀ ਹੋਣ ਜਾਂ ਕਿਸੇ ਹੋਰ ਜ਼ਿਲ੍ਹੇ ਦੇ ਡੀਸੀ ਹੋਣ, ਇੱਕ ਟਾਈਮ ਤੁਸੀਂ ਵੀ ਇਸ ਤਰੀਕੇ ਨਾਲ ਸਿਚੁਏਸ਼ਨਸ ਨੂੰ ਹੈਂਡਲ ਕੀਤਾ ਹੈ। ਪਰ ਪੁਆਇੰਟ ਇਹ ਵੀ ਹੈ ਕਿ ਜੇ ਨੈਚੁਰਲ ਤਰੀਕੇ ਨਾਲ ਇਸ ਤਰੀਕੇ ਨਾਲ ਕੋਈ ਡਿਜ਼ਾਸਟਰ ਹੁੰਦਾ ਹੈ ਜਾਂ ਬਹੁਤ ਜ਼ਿਆਦਾ ਬਰਸਾਤ ਹੋ ਜਾਵੇ ਤਾਂ ਪ੍ਰਸ਼ਾਸਨ ਦੇ ਵੀ ਹੱਥਾਂ ਦੇ ਵਿੱਚ ਰਹਿੰਦਾ ਕੁਝ ਨਹੀਂ ਨਾ। ਤੇ ਜੇ ਹੁਣ ਪਾਣੀਓ ਬਹੁਤ ਆ ਗਿਆ ਜਾਂ ਬਰਸਾਤ ਬਹੁਤ ਹੋ ਗਈ, ਮੈਂ ਪੜ੍ਹ ਰਿਹਾ ਸੀ ਅਫੀਸ਼ੀਅਲ ਤੌਰ ਦੇ ਉੱਤੇ, ਹਜੇ ਕਦੋਂ ਹੋਏਗਾ ਪਤਾ ਨਹੀਂ, ਪਰ ਹਿਮਾਚਲ ਦੇ ਵਿੱਚ ਕਹਿੰਦੇ ਕਰੀਬ 600-650 ਸੜਕਾਂ ਬੰਦ ਨੇ, ਕਰੀਬ 2-2.5-3 ਦਿਨਾਂ ਦੇ ਵਿੱਚ 6-7 ਹਜ਼ਾਰ ਕਰੋੜ ਦਾ ਨੁਕਸਾਨ ਹੋ ਗਿਆ। ਇੰਨੀ ਜ਼ਬਰਦਸਤ ਬਰਸਾਤ ਹੋਈ ਹੈ। ਹੁਣ ਪਹਾੜਾਂ 'ਚ ਮੀਂਹ ਪਏਗਾ, ਪਾਣੀ ਤਾਂ ਪੰਜਾਬ 'ਚ ਆਣਾ, ਉਹ ਤਾਂ ਆਪਾਂ ਨੂੰ ਵੀ ਪਤਾ ਹੈ। ਤੁਹਾਨੂੰ ਲੱਗਦਾ ਨਹੀਂ ਕਿ ਕਈ ਵਾਰ ਸਿਚੁਏਸ਼ਨ ਇਸ ਤਰੀਕੇ ਦੀ ਹੁੰਦੀ ਹੈ ਕਿ ਸ਼ਾਇਦ ਉਹਨੂੰ ਕੰਟਰੋਲ ਕਰਨਾ ਪ੍ਰਸ਼ਾਸਨ ਦੇ ਵਾਸਤੇ ਰਹਿੰਦੀ ਹੀ ਨਹੀਂ ਗੱਲ? ਮੈਂ ਤੁਹਾਡੀ ਗੱਲ ਬਿਲਕੁਲ ਸਮਝਦਾ ਹਾਂ ਤੇ ਮੈਂ ਇਹ ਗੱਲ ਨੂੰ ਅੰਡਰਸਟੈਂਡ ਕਰਕੇ ਤੁਹਾਨੂੰ ਮੈਂ ਦੱਸਦਾ ਹਾਂ ਕਿ ਇੱਕ ਤਾਂ ਜਿਹੜਾ ਲੋਕਲ ਬਰਸਾਤ ਆ ਉਹਨੂੰ ਤਾਂ ਅਸੀਂ ਟੈਕਲ ਕਰਨਾ ਹੈ, ਠੀਕ ਹੈ, ਤੇ ਜਿਹੜਾ ਪਾਣੀ ਆਣਾ ਹੈਗਾ ਹਿਮਾਚਲ ਦੇ ਵਿੱਚੋਂ ਜਾਂ ਉੱਤਰਾਖੰਡ ਦੇ ਵਿੱਚੋਂ ਆਣਾ ਹੈਗਾ, ਉਹ ਪਾਣੀ ਕੰਟਰੋਲਡ ਵੇ ਦੇ ਵਿੱਚ ਰਿਲੀਜ਼ ਹੋ ਰਿਹਾ, ਠੀਕ ਹੈ, ਔਰ ਉਹਨੂੰ ਅਸੀਂ ਕੰਟੇਨ ਕਰਨਾ ਉਹਦੇ ਵਿੱਚ। ਤੇ ਇੰਨੀ ਬਰਸਾਤ ਹੁਣ 15-20 ਦਿਨ ਜਿਹੜੇ ਆਪਣੇ ਲੰਘੇ ਨੇ, ਇਹਦੇ ਵਿੱਚ ਕੋਈ ਬਰਸਾਤ ਨਹੀਂ ਹੋਈ ਖਾਸ ਪੰਜਾਬ ਦੇ ਵਿੱਚ, ਤੇ ਅਸੀਂ ਅਜੇ ਵੀ ਉੱਥੇ ਦੇ ਉੱਥੇ ਖੜੇ ਹੈਗੇ। ਮਤਲਬ ਜਿਹੜਾ ਦੇਖੋ ਇਹਦੇ ਚ ਹੁੰਦਾ ਹੈ ਕਿ ਜਿਹੜੇ ਫਲੱਡ ਪ੍ਰੋਟੈਕਸ਼ਨ ਵਰਕਸ ਹੁੰਦੇ ਨੇ ਉਹ ਤੁਹਾਨੂੰ ਟਾਈਮਲੀ ਕਰਨੇ ਚਾਹੀਦੇ ਨੇ। ਜਿਹੜੇ ਡਰੇਨੇਜ ਹੈਗੀ ਹੈ, ਕਨਾਲਸ ਹੈਗੀਆਂ ਨੇ, ਉਹਨਾਂ ਦੀ ਸਫਾਈ ਪ੍ਰੋਪਰ ਟਾਈਮ ਤੇ ਹੋਣੀ ਚਾਹੀਦੀ ਹੈ, ਔਰ ਤਾਂ ਕਿ ਜਦੋਂ ਪਾਣੀ ਆਵੇ, ਉਹਨਾਂ ਪਾਣੀ ਨਹੀਂ ਆਇਆ ਇੱਥੇ ਪੰਜਾਬ ਦੇ ਵਿੱਚ ਅਜੇ, ਲੋਕਲ ਪਾਣੀ ਜ਼ਰੂਰ ਆਇਆ ਕਿਉਂਕਿ ਬਰਸਾਤ ਜ਼ਿਆਦਾ ਹੋ ਗਈ, ਉਹ ਪਾਣੀ ਅਕਮੂਲੇਟ ਹੋ ਗਿਆ, ਪਰ ਉਹ ਜਿਹੜਾ ਜੇ ਆਪਾਂ ਕਹੀਏ ਵੀ ਪਿੱਛੋਂ ਪਾਣੀ ਆ ਕੇ ਉਹਨੇ ਨੁਕਸਾਨ ਕੀਤਾ, ਉਹਨੇ ਉਹਨਾਂ ਨੁਕਸਾਨ ਨਹੀਂ ਕੀਤਾ। ਸੋ ਸਾਡੀ ਮੈਂ ਇਹ ਕਹਾਂਗਾ ਕਿ ਅਸੀਂ ਵੀ ਦੇਖਿਆ ਸਾਰਾ ਕੁਝ, ਪਰ ਜਿੰਨੀ ਤਿਆਰੀ ਹੋਣੀ ਚਾਹੀਦੀ। 33 ਕਰੋੜ ਰੁਪਏ ਤਾਂ ਇਹਨਾਂ ਨੇ ਸਾਰਾ ਦਿੱਤਾ ਹੈਗਾ ਸਾਰੇ ਪੰਜਾਬ ਦੇ ਵਿੱਚ, ਕੀ ਆਊਗਾ? ਮੈਂ ਇਸ ਪੁਆਇੰਟ ਦੇ ਉੱਤੇ ਜਵਾਬ ਲੈਣਾ, ਮੈਂ ਇੱਕ ਵਾਰ ਛੋਟਾ ਜਿਹਾ ਜਵਾਬ ਲੈਣਾ ਕੀਤਾ। ਜੇ ਇਹ ਕਹਿੰਦੇ ਵੀ ਸਾਡੀ ਨਾਲ ਜੁੜ ਚੁੱਕੇ ਨੇ ਧਾਰਨੀ ਸਾਹਿਬ, ਮੈਂ 30 ਸੈਕਿੰਡਸ ਤੁਹਾਡੇ ਕੋਲ ਆ ਰਹੇ ਹਾਂ। ਮੈਂ ਇੱਕ ਵਾਰ ਪਾਸੀ ਸਾਹਿਬ ਤੋਂ ਬਹੁਤ ਛੋਟੀ ਸਟੇਟਮੈਂਟ ਜ਼ਰੂਰ ਚਾਹੂੰਗਾ। ਪਾਸੀ ਸਾਹਿਬ ਦੇਖੋ, ਗੱਲ ਇਹ ਹੈ ਕਿ ਪਿਛਲੇ 15-20 ਦਿਨ, ਇੱਕ ਮਹੀਨਾ ਜੁਲਾਈ ਵਾਲਾ ਉਹ ਪੂਰਾ ਅਸੀਂ ਕੁਝ 15 ਵਾੜਾ ਕੱਢ ਦਈਏ ਜਦੋਂ ਪੂਰਾ ਨੁਕਸਾਨ ਹੋਇਆ, ਉਸ ਤੋਂ ਬਾਅਦ ਪਾਣੀ ਰਿਲੀਜ਼ ਜੇ ਕੀਤਾ ਜਾਂਦਾ ਤਾਂ ਸ਼ਾਇਦ ਸਥਿਤੀ ਕੁਝ ਵੱਖਰੀ ਹੁੰਦੀ। ਤੇ ਇਹੀ ਕਹਿ ਰਹੇ ਨੇ ਤੁਹਾਡੇ ਵਿਰੋਧੀ ਕਿ ਉਸ ਤਰੀਕੇ ਨਾਲ ਤੁਸੀਂ ਤਿਆਰੀ ਨਹੀਂ ਕਰ ਪਾਏ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਸੀ, ਇਸ ਕਰਕੇ ਅਨੰਦਪੁਰ ਸਾਹਿਬ ਦੇ ਵਿੱਚ ਇਹ ਹਾਲ ਹੋਇਆ। ਗੌਰਵ ਜੀ, ਮੈਂ ਨਾ ਬੜਾ ਹੈਰਾਨ ਹੋ ਰਿਹਾ ਕਿ ਇਹ ਕੁਦਰਤੀ ਆਫਤ ਦੇ ਉੱਤੇ ਵੀ ਵਿਰੋਧੀ ਪਾਰਟੀਆਂ ਸਿਰਫ ਔਰ ਸਿਰਫ ਰਾਜਨੀਤੀ ਕਰ ਰਹੀਆਂ। ਮੈਂ ਪਹਿਲਾਂ ਖੰਡਿਆਲ ਸਾਹਿਬ ਦੀ ਗੱਲ ਦਾ ਜਵਾਬ ਦੇ ਦਾਂ, ਮੈਂ ਤਿਆਰੀ ਜਵਾਬ ਰੱਖਿਓ ਕਿਉਂਕਿ ਧਾਰਨੀ ਸਾਹਿਬ ਵੇਟ ਕਰ ਰਹੇ, ਮੈਂ ਇਸ ਕਰਕੇ ਸਪੈਸੀਫਿਕਲੀ ਜਾ ਰਹੇ ਹਾਂ ਕਿ ਉਹਦੇ ਉੱਪਰ ਤੁਸੀਂ ਉਹੀ ਦੱਸਣਾ ਚਾਹ ਰਿਹਾ ਇਹ ਕਿ ਪਾਣੀ ਆਪਾਂ ਨਹੀਂ ਸੰਭਾਲ ਸਕੇ। ਮੈਂ ਤੁਹਾਨੂੰ ਉਹੀ ਗੌਰਵ ਜੀ ਦੱਸਣਾ ਚਾਹ ਰਿਹਾ, ਕਿੰਨਾ ਗੁੰਮਰਾਹਕੁਨ ਗੱਲਾਂ ਕਰ ਰਹੇ ਆ। ਕਹਿੰਦੇ ਜੀ ਪਿੱਛੋਂ ਪਾਣੀ ਨਹੀਂ ਆਇਆ, ਪੰਜਾਬ 'ਚ ਤਾਂ ਪਿਛਲੇ 4-5 ਦਿਨਾਂ 'ਚੋਂ ਇੰਨੀ ਬਾਰਿਸ਼ ਹੋਈ ਨਹੀਂ। ਔਰ ਇਹ ਜਿਹੜੇ ਮੈਚਿਓਰ ਸਰਕਾਰ ਦੀ ਗੱਲ ਕਰਦੇ ਆ, ਇਮੈਚਿਓਰ ਸਰਕਾਰ ਦੀ, ਹਿਮਾਚਲ 'ਚ ਤਾਂ ਇਹਨਾਂ ਦੀ ਮੈਚਿਓਰ ਸਰਕਾਰ ਹੈ। ਇੱਕ ਦਿਨ ਦੇ ਵਿੱਚ 60 ਮੌਤਾਂ ਹੋ ਰਹੀਆਂ, 600 ਦੇ ਕਰੀਬ ਤੁਹਾਡੇ ਰੋਡ ਬਲੌਕ ਹੋ ਗਏ ਉੱਥੇ ਹਿਮਾਚਲ ਦੇ ਵਿੱਚ, ਔਰ ਉਹ ਪਾਣੀ ਪੰਜਾਬ 'ਚ ਆ ਰਿਹਾ ਹੈ। ਔਰ ਇੱਥੇ ਕੀ ਕਹਿ ਰਿਹਾ, ਨਹੀਂ ਉਹ ਪਾਣੀ ਨਹੀਂ ਆਇਆ ਜੀ। ਔਰ ਦੂਸਰੀ ਚੀਜ਼, ਕਿਆ ਪੰਜਾਬ ਦਾ ਨੁਕਸਾਨ ਹਲੇ ਨਹੀਂ ਹੋ ਰਿਹਾ? ਔਰ ਕਿਆ ਜਿਹੜਾ ਹੈ ਪਿੱਛੋਂ ਪਾਣੀ ਨਹੀਂ ਆ ਰਿਹਾ?
ਔਰ ਇਹ ਅਗਰ ਗੱਲ ਕਰ ਰਹੇ ਹੈ ਗੌਰਵ ਜੀ, ਬਿਲਕੁਲ ਕੰਟਰੋਲਡ ਵੇ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ, ਪੂਰੀ ਤਰ੍ਹਾਂ ਦੇ ਨਾਲ ਇੱਕ ਘੰਟੇ ਦੇ ਵਿੱਚ ਰਿਪੋਰਟ ਲਿੱਤੀ ਜਾ ਰਹੀ ਹੈ। ਔਰ ਚੌਥੀ ਚੀਜ਼ ਜਿਹੜੀ ਮੈਂ ਮੇਨ ਇੱਕ ਚੀਜ਼ ਦੱਸਣਾ ਚਾਹ ਰਿਹਾ, ਜਿਹੜੀ ਇਹ ਗੱਲ ਕਰ ਰਹੇ ਆ ਕਿ ਜਿਨ੍ਹਾਂ ਨੇ ਤਿਆਰੀ ਨਹੀਂ ਕੀਤੀ, ਹਿਮਾਚਲ ਦੀ ਤਿਆਰੀ ਸੀਗੀ, ਇਹ ਕੁਦਰਤ ਦੀ ਆਫਤ ਆਈ ਹੈ, ਬੱਦਲ ਫਟੇ ਹੈ, ਬੱਦਲ ਫਟਣ ਨਾਲ ਲੈਂਡਸਲਾਈਡਿੰਗ ਹੋਈ ਹੈ। ਪ੍ਰਸ਼ਾਸਨ ਨੂੰ ਕਲੀਨ ਚਿਟ ਦੇ ਰਹੇ ਹੋ ਕਿ ਠੀਕ ਹੈ ਬਰਸਾਤ ਬਹੁਤ ਹੋਗੀ, ਇਹ ਸਾਡੇ ਹੱਥ ਵੱਸ ਸੀ ਕੁਝ ਨਹੀਂ। ਪ੍ਰਸ਼ਾਸਨ ਪੂਰੇ ਪੱਬਾਂ ਭਾਰ ਹੋ ਕੇ ਲੋਕਾਂ ਦੇ ਵਿੱਚ ਵਿਚਰ ਰਿਹਾ ਹੈ, ਇੱਥੇ ਬੈਠ ਕੇ ਰਾਜਨੀਤੀ ਨਹੀਂ ਕਰ ਰਿਹਾ। ਚਲੋ ਠੀਕ ਹੈ, ਮੈਂ ਜਵਾਬ ਲਵਾਂਗਾ, ਤੁਹਾਡੇ ਕੋਲ ਬਹੁਤ ਸਾਰੇ ਪੁਆਇੰਟਸ ਹੋਣਗੇ ਲਾਜ਼ਮੀ ਤੌਰ ਤੇ, ਪਰ ਧਾਰਨੀ ਸਾਹਿਬ ਦਾ ਇੱਕ ਰਿਐਕਸ਼ਨ ਲੈਣਾ। ਧਾਰਨੀ ਸਾਹਿਬ, ਉਮੀਦ ਹੈ ਆਵਾਜ਼ ਤੁਹਾਡੀ ਪਹੁੰਚੇਗੀ ਸਾਡੇ ਤੱਕ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਨਹੀਂ, ਧਾਰਨੀ ਸਾਹਿਬ ਦੀ ਆਵਾਜ਼ ਹੁਣ ਤੱਕ ਨਹੀਂ ਆਈ ਹੈ ਸਾਡੇ ਕੋਲ। ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਦੁਬਾਰਾ ਇੱਕ ਵਾਰ ਜੇਕਰ ਅਸੀਂ ਉਹਨਾਂ ਨੂੰ ਜੋੜ ਸਕੀਏ, ਉਹਨਾਂ ਦੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ ਹੈ। ਧਾਰਨੀ ਜੀ ਮਿਊਟ ਤਾਂ ਨਹੀਂ ਹੈ, ਇੱਕ ਵਾਰੀ ਚੈੱਕ ਕਰ ਲਓ, ਤੁਸੀਂ ਮਿਊਟ ਤਾਂ ਨਹੀਂ ਕੀਤਾ ਹੋਇਆ। ਧਾਰਨੀ ਸਾਹਿਬ ਆਪਣੀ ਗੱਲ ਰੱਖ ਸਕਦੇ ਹੋ ਤੁਸੀਂ। ਠੀਕ ਹੈ, ਚਲੋ ਮੈਂ ਕੋਸ਼ਿਸ਼ ਕਰਦਾ ਦੁਬਾਰਾ ਧਾਰਨੀ ਦਾ ਰੁਖ ਕਰਨ ਦਾ, ਪਰ ਉਸ ਤੋਂ ਪਹਿਲਾਂ ਆਪਾਂ ਰੁਖ ਕਰ ਲੈਂਦੇ ਆ ਖੜਿਆਲ ਸਾਹਿਬ ਦਾ। ਖੜਿਆਲ ਸਾਹਿਬ, ਤੁਸੀਂ ਸਿਆਸਤ ਕਰ ਰਹੇ ਹੋ, ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਹੈ, ਪੁਆਇੰਟ ਇਹ ਹੈ ਕਿ ਜੇਕਰ ਹਿਮਾਚਲ ਦੇ ਵਿੱਚ ਨੁਕਸਾਨ ਹੋਇਆ ਹੈ, ਇਹ ਆਮ ਆਦਮੀ ਪਾਰਟੀ ਦਾ ਬਿਆਨ ਹੈ ਕਿ ਜੇਕਰ ਹਿਮਾਚਲ 'ਚ ਨੁਕਸਾਨ ਹੋਇਆ, ਤੁਸੀਂ ਉੱਥੇ ਨਹੀਂ ਤਿਆਰੀ ਕਰ ਸਕੇ ਕੁਦਰਤੀ ਆਫਤ ਤੋਂ, ਤਾਂ ਤੁਸੀਂ ਪੰਜਾਬ ਦੇ ਪ੍ਰਸ਼ਾਸਨ ਤੇ ਸਰਕਾਰ ਤੇ ਸਵਾਲ ਕਿਉਂ ਚੁੱਕ ਰਹੇ? ਧੰਨਵਾਦ ਗੌਰਵ ਜੀ। ਮੈਨੂੰ ਬੜੀ ਹੈਰਾਨਗੀ ਹੁੰਦੀ ਹੈ, ਬੜੀ ਅਨਫੋਰਚੂਨੇਟ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਜੇ ਵੀ ਖੁੱਲੇਆਮ ਸ਼ਰੇਆਮ ਝੂਠ ਬੋਲਣ ਤੋਂ ਗੁਰੇਜ਼ ਨਹੀਂ ਕਰ ਰਹੀ ਹੈ। ਤੁਸੀਂ ਦੇਖੋ, ਪਾਸੀ ਸਾਹਿਬ ਕਹਿੰਦੇ ਵੀ ਖੜਿਆਲ ਸਾਹਿਬ ਕਹਿ ਰਹੇ ਪਾਣੀ ਆਇਆ ਨਹੀਂ। ਪਹਿਲਾਂ ਤਾਂ ਗੌਰਵ ਜੀ ਮੈਂ ਇੱਥੇ ਐਕਸਪੋਜ਼ ਕਰਦਾ ਇਹਨਾਂ ਨੂੰ, ਇਹ ਮੈਨੂੰ ਲਾਈਵ ਚੱਲ ਰਹੀ ਹੈ ਨਿਊਜ਼ 18 ਦੀ ਡਿਬੇਟ, ਮੇਰਾ ਬਿਆਨ ਇੱਥੇ ਚਲਾ ਕੇ ਦਿਖਾ ਦੇਣ ਜਿੱਥੇ ਮੈਂ ਕਿਹਾ ਹੋਵੇ ਵੀ ਖੜਿਆਲ ਸਾਹਿਬ, ਚੰਨੀ ਸਾਹਿਬ ਨੇ ਕਿਹਾ ਕਿ ਪਿੱਛੋਂ ਪਾਣੀ ਨਹੀਂ ਆਇਆ। ਵਿੱਚ ਨਾ ਬੋਲੋ, ਵਿੱਚ ਨਾ ਖੜਿਆਲ ਸਾਹਿਬ ਨਹੀਂ, ਤੁਸੀਂ ਮਿਸਇੰਟਰਪ੍ਰੀਟ ਕਰ ਰਹੇ ਹੋ ਕਰਕੇ ਨਾ ਲੋਕਾਂ ਤੱਕ ਗੱਲ ਪਹੁੰਚੇ। ਮੈਂ ਪਲੀਜ਼ ਰਿਕੁਐਸਟ ਸਾਹਿਬ ਨੇ ਕਿਹਾ ਕਿ ਪਿੱਛੋਂ ਇੰਨਾ ਪਾਣੀ ਨਹੀਂ ਆਇਆ, ਤੁਸੀਂ ਆਪਣੇ ਉੱਤੇ ਨਾ ਲਾਓਗੇ। ਠੀਕ ਹੈ, ਪਾਸੀ, ਠੀਕ ਹੈ, ਕਾਈਂਡਲੀ ਵਿੱਚ ਨਾ ਬੋਲੋ, ਥੈਂਕ ਯੂ ਜੀ। ਖੜਿਆਲ ਸਾਹਿਬ ਉਹ ਕਹਿ ਰਹੇ ਨੇ ਕਿ ਚੰਨੀ ਜੀ ਨੇ ਕਿਹਾ ਸੀਗਾ, ਇਹ ਤੁਹਾਡੀ ਸਟੇਟਮੈਂਟ ਦੇ ਉੱਪਰ ਰਿਐਕਟ ਉਹਨਾਂ ਨੇ ਨਹੀਂ ਕੀਤਾ, ਇਹ ਚੰਨੀ ਦੇ ਸਟੇਟਮੈਂਟ ਤੇ ਰਿਐਕਟ ਕੀਤਾ। ਚਲੋ ਤੁਸੀਂ ਕੰਪਲੀਟ ਕਰ ਲਓ ਆਪਣੀ ਗੱਲ। ਤਾਂ ਇਹੀ ਕਹੂੰਗਾ ਕਿ ਕੀਤਾ ਇਹਨਾਂ ਨੇ ਮੈਨੂੰ ਹੀ ਸੀਗਾ, ਮੈਂ ਤਾਂ ਹੀ ਕਰਕੇ ਜਵਾਬ ਦੇ ਰਿਹਾ, ਹੁਣੇ ਮੁੱਕਰ ਰਹੇ ਹੈ। ਦੂਜੀ ਗੱਲ, ਸਵਾਲ ਇਹ ਹੈ ਕਿ ਵਾਟ ਅਬਾਊਟਰੀ ਪਾਸੀ ਸਾਹਿਬ ਨੇ ਕੀਤੀ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ। ਵਾਟ ਅਬਾਊਟਰੀ ਕੀ ਹੁੰਦੀ ਹੈ ਗੌਰਵ ਜੀ? ਕਿ ਜੇ ਸਵਾਲ ਕੀਤਾ ਜਾਵੇ ਮੌਜੂਦਾ ਸਰਕਾਰ ਨੂੰ, ਜ਼ਿੰਮੇਵਾਰੀ 3 ਕਰੋੜ ਲੋਕਾਂ ਦੀ, ਪੰਜਾਬੀਆਂ ਦੀ, ਇਹਨਾਂ ਦੇ ਸਿਰ ਤੇ, ਇਹਨਾਂ ਦੇ ਮੋਢਿਆਂ ਤੇ ਹੈ। ਇਹਨਾਂ ਨੂੰ ਜਦੋਂ ਸਵਾਲ ਕਰਦੇ ਆ ਮੁਆਵਜ਼ਾ ਕਿੰਨਾ ਦਵੋਗੇ, ਕਿੰਨਾ ਦਿੱਤਾ ਹੁਣ ਤੱਕ, ਕਿੰਨੇ ਲੋਕਾਂ ਨੂੰ ਦਿੱਤਾ ਹੈ, ਕਿੰਨੇ ਪਸ਼ੂਆਂ ਪਿੱਛੇ, ਕਿੰਨੇ ਏਕੜਾ ਪਿੱਛੇ ਦਿੱਤਾ, ਉਹਦਾ ਕੋਈ ਜਵਾਬ ਨਹੀਂ। ਕਹਿਣ ਲੱਗੇ ਜੀ ਹਿਮਾਚਲ ਚ ਆ ਹੋਇਆ ਹੈ, ਉਧਰ ਆ ਹੋਇਆ ਹੈ, ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਆਪਣੇ ਫੇਲਿਅਰ ਨੂੰ ਕਿ ਅਸੀਂ ਫੇਲ ਹੋ ਗਏ ਹਾਂ, ਸਾਡੇ ਤੋਂ ਕੁਝ ਨਹੀਂ ਹੋਇਆ। ਲੇਕਿਨ ਦੇਖੋ ਜੀ, ਹੋਰ ਪਾਸੇ ਵੀ ਤਾਂ ਹੋ ਰਿਹਾ ਹੈ, ਆ ਇਨਸੀਡੈਂਟ ਹੋਰ ਪਾਸੇ ਵੀ ਤਾਂ ਹੋ ਰਿਹਾ ਹੈ। ਇਹ ਆਮ ਆਦਮੀ ਪਾਰਟੀ ਦਾ ਮਾਡਲ ਆਫ ਗਵਰਨੈਂਸ ਹੈ। ਦੂਜੀ ਗੱਲ ਗੌਰਵ ਜੀ, ਤੁਸੀਂ ਦੇਖੋ ਹੈਰਾਨ ਕਰਨ ਵਾਲੀ ਗੱਲ, ਆਮ ਆਦਮੀ ਪਾਰਟੀ ਦੇ ਦੌਰੇ ਮਾਪੇ, ਮੈਂ ਰਿਕੁਐਸਟ ਕਰੂੰਗਾ ਇੱਥੇ ਚੰਨੀ ਸਾਹਿਬ ਕਾਈਂਡਲੀ ਮਿਊਟ ਕਰ ਲੈਣ, ਡਿਸਟਰਬੈਂਸ ਆ ਰਹੀ ਹੈ। ਚੰਨੀ ਸਾਹਿਬ ਕਾਈਂਡਲੀ ਮਿਊਟ ਕਰ ਲੈ, ਤੁਹਾਡੀ ਡਿਸਟਰਬੈਂਸ ਠੀਕ ਹੈ, ਤੁਹਾਡੀ ਆਵਾਜ਼ ਆ ਰਹੀ ਹੈ ਚੰਨੀ ਜੀ। ਸੋ ਮੈਂ ਗੌਰਵ ਜੀ ਇਹ ਗੱਲ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਬੜਾ ਇਤਰਾਜ਼ ਹੁੰਦਾ ਹੈ ਜੇ ਇਹਨਾਂ ਦੇ ਸਵਾਲ ਦਾ ਜਵਾਬ ਨਾ ਮਿਲੇ। ਜਦੋਂ ਮੋਦੀ ਸਾਹਿਬ ਨੇ ਇਹਨਾਂ ਨੂੰ ਪੁੱਛਿਆ ਵੀ ਮਣੀਪੁਰ ਇਨਸੀਡੈਂਟ ਹੋ ਰਿਹਾ ਹੈ ਤੇ ਮੋਦੀ ਸਾਹਿਬ ਨੇ ਰਾਜਸਥਾਨ, ਛੱਤੀਸਗੜ੍ਹ ਦਾ ਜ਼ਿਕਰ ਕੀਤਾ, ਆਮ ਆਦਮੀ ਪਾਰਟੀ ਨੇ ਬਹੁਤ ਵਿਰੋਧ ਕੀਤਾ। ਕਹਿੰਦੇ ਵੀ ਤੁਸੀਂ ਜੇ ਮੌਕੇ ਦੀ ਸਰਕਾਰ ਤੁਹਾਡੀ, ਤੁਸੀਂ ਸਵਾਲ ਦਾ ਜਵਾਬ ਦਿਓ। ਸੋ ਪਾਸੀ ਸਾਹਿਬ, ਮੌਕੇ ਦੀ ਸਰਕਾਰ ਤੁਹਾਡੀ ਹੈ ਪੰਜਾਬ ਦੇ ਵਿੱਚ। ਠੀਕ ਹੈ, ਆਪਾਂ ਚਲੋ ਜਵਾਬ ਲਓ। ਅਖੀਰਲਾ ਸਵਾਲ ਇੱਕ ਲਾਈਨ ਦੇ ਵਿੱਚ ਜੀ ਇਹਨਾਂ ਨੂੰ ਮੈਂ ਪੁੱਛ ਲਓ ਕਿ ਜਿਹੜਾ ਮੁਆਵਜ਼ਾ ਹੈ, ਪਹਿਲਾਂ ਵਾਲੇ ਸਵਾਲਾਂ ਦਾ ਜਵਾਬ ਲਿਓ, ਇੱਕ ਇਹ ਐਡ ਕਰ ਲਓ ਸਵਾਲ ਕਿ ਜਿਹੜਾ ਮੁਆਵਜ਼ਾ ਹੈ ਮੁਕੰਮਲ ਤੌਰ ਤੇ ਸਾਰੇ ਪੰਜਾਬੀਆਂ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ, ਪਸ਼ੂ ਕਿਸੇ ਦਾ ਪਸ਼ੂ ਦਾ ਨੁਕਸਾਨ ਹੈ, ਕਿਸੇ ਦੀ ਫੀਲਡ ਦਾ ਨੁਕਸਾਨ ਹੈ, ਕਿਸੇ ਦਾ ਘਰ ਦਾ ਹੈ, ਕਿਸੇ ਦੀ ਫਸਲ ਦਾ ਹੈ, ਉਹ ਕਦੋਂ ਤੱਕ ਸਭ ਦਾ ਮੁਕੰਮਲ ਕਰ ਦੋਗੇ? ਸਾਨੂੰ ਟਾਈਮ ਠੀਕ ਹੈ, ਪਾਸੀ ਸਾਹਿਬ ਜਵਾਬ ਦੇ ਦਿਓ ਛੋਟਾ ਜਿਹਾ। ਇੱਕ ਗੱਲ ਕਲੀਅਰ ਕਰਦਾ, ਹੁਣ ਮੈਂ ਤੁਹਾਨੂੰ ਕਾਂਗਰਸ ਦੀ ਦੋਗਲਾ ਚਰਿੱਤਰ, ਦੋਹਰੀ ਨੀਤੀ ਕਰ ਦਿੰਦਾ, ਐਕਸਪੋਜ਼ ਕਰ ਦਿੰਦਾ। ਮੈਂ ਕਲੀਅਰ ਕਿਹਾ ਸੀ ਕਿ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਇਮੈਚੋਰ ਸਰਕਾਰ ਦੀ, ਤਾਂ ਹਿਮਾਚਲ 'ਚ ਤੁਹਾਡੀ ਇਮੈਚੋਰ ਸਰਕਾਰ ਹੈ, ਰਾਜਸਥਾਨ 'ਚ ਤੁਹਾਡੀ ਇਮੈਚੋਰ ਸਰਕਾਰ ਹੈ, ਉੱਥੇ ਵੀ ਪਾਣੀ ਆਇਆ ਸੀ। ਮੈਂ ਤੁਹਾਡਾ ਇਹ ਜਵਾਬ ਦਿੱਤਾ ਸੀ। ਫਿਰ ਮੈਂ ਕਿਹਾ ਸੀ ਕਿ ਵਿਰੋਧੀ ਧਿਰਾਂ ਇਹ ਗੱਲ ਕਹਿ ਰਹੀਆਂ ਕਿ ਪਾਣੀ ਨਹੀਂ ਆਇਆ, ਇਹ ਚੰਨੀ ਜੀ ਨੇ ਗੱਲ ਕਹੀ ਸੀ। ਔਰ ਤੀਸਰੀ ਚੀਜ਼ ਹੁਣ ਸੁਣ ਲਓ ਖੜਿਆਲ ਸਾਹਿਬ, ਤੁਹਾਡੀ ਮੁੱਖ ਮੰਤਰੀ ਦੀ ਤਰ੍ਹਾਂ, ਤੁਹਾਡੀ ਸਰਕਾਰਾਂ ਦੀ ਤਰ੍ਹਾਂ ਹਵਾਈ ਸਰਵੇਖਣ ਨਹੀਂ ਕਰਦੇ ਸਾਡੇ ਲੀਡਰ।
ਸਾਡੀ ਸਰਕਾਰ ਲੋਕਾਂ ਦੇ ਵਿੱਚ ਕੰਮ ਕਰਦੀ ਹੈ। ਅਗਰ ਜੁਲਾਈ ਦੇ ਵਿੱਚ ਪਾਣੀ ਆਇਆ ਤਾਂ ਭਗਵੰਤ ਮਾਨ ਜੀ ਤੋਂ ਲੈ ਕੇ ਤੁਸੀਂ ਮੁਆਵਜ਼ਾ ਦੱਸ ਦਿਓ ਕਿੰਨਾ ਗਿਆ ਸਰ, ਮੁਆਵਜ਼ਾ ਦੱਸ ਦਿਓ। ਧਾਰਨੀ ਸਾਹਿਬ ਦੀ ਆਵਾਜ਼ ਸਾਡੇ ਕੋਲ ਆ ਗਈ ਹੈ, ਮੈਂ ਉਹਨਾਂ ਦਾ ਰੁਖ ਕਰਨਾ ਜੀ। ਇੱਕ ਜਿਹੜਾ ਨੁਕਸਾਨ ਹੋਇਆ ਉਹਦੀ ਗਰਦੌਰੀ ਹੋ ਰਹੀ ਹੈ, ਔਰ ਇਹ ਤੁਸੀਂ ਜਿਹੜਾ ਮੁਆਵਜ਼ੇ ਤੇ ਡਿਬੇਟ ਰੱਖ ਲਓ, ਇੱਕ ਅੰਕੜਾ ਲਿਆ ਦਾਂਗੇ ਤੁਹਾਨੂੰ। ਔਰ ਤੀਸਰੀ ਚੀਜ਼ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦਾ, ਜਿਹੜੀਆਂ ਗੱਲਾਂ ਕਰ ਰਹੇ ਆ 2021 ਦੇ ਵਿੱਚ ਕਾਂਗਰਸ ਸਮੇਂ, 2015 ਦੇ ਵਿੱਚ ਅਕਾਲੀ ਦਲ ਸਮੇਂ 6-6 ਮਹੀਨੇ ਨਾਲ ਤਾਂ ਗਰਦੌਰੀਆਂ ਨਹੀਂ ਸੀ ਹੋਈਆਂ। ਮੈਂ ਜਿਹੜੀ ਗੱਲ ਕਰ ਰਿਹਾ, ਤੁਸੀਂ ਕਹਿ ਰਹੇ ਹੋ ਕਿ ਹੁਣ ਗਰਦਾਵਰੀ ਹੋ ਰਹੀ ਹੈ, ਲੋਕਾਂ ਤੱਕ ਪਹੁੰਚ ਰਿਹਾ। ਠੀਕ ਹੈ, ਥੋੜਾ ਜਿਹਾ ਵੇਟ ਕਰਿਓ ਭਾਈ, ਇੱਕ ਵਾਰੀ ਐਡ ਕਰ ਲਿਓ ਤੁਸੀਂ। 1 ਰੁਪਏ ਦਾ ਬਿੱਲ ਕਮ ਔਰ ਦੂਜੀ ਇੱਕ ਲਾਸਟ ਮੈਂ ਦੇ ਦਿੰਦਾ। ਨਹੀਂ ਤੁਸੀਂ 218 ਵਰਤਦੇ, 218 ਕਰੋ। 218 ਦਾ ਜਵਾਬ ਹੋ ਗਿਆ, ਕਹਿੰਦੇ ਤੁਸੀਂ ਪੈਸੇ ਨਹੀਂ ਵਰਤੇ। ਗੌਰਵ ਸ਼ੁਕਲਾ ਜੀ, ਮੈਂ 218 ਦਾ ਹੀ ਜਵਾਬ ਦੇਣਾ ਚਾਹ ਰਿਹਾ ਜੀ। ਕਿਆ ਪੰਜਾਬ ਦਾ ਨੁਕਸਾਨ ਸਿਰਫ 218 ਕਰੋੜ ਰੁਪਇਆ ਹੋਇਆ? ਪੰਜਾਬ ਦਾ ਨੁਕਸਾਨ ਹਜ਼ਾਰਾਂ ਕਰੋੜ ਚ ਹੈ, ਔਰ ਖੁਦ ਜਿਹੜੀ ਇਹਨਾਂ ਦੀ ਸੈਂਟਰ ਦੀ ਟੀਮ ਆਈ ਸੀ ਉਹ ਅਸੈਸਮੈਂਟ ਕਰਕੇ ਗਈ ਹੈ 1310 ਕਰੋੜ। ਠੀਕ ਹੈ, ਚਲੋ ਉਸ ਪੁਆਇੰਟ ਤੇ ਆਨੇ ਨਾ। ਖੜਿਆਲ ਸਾਹਿਬ ਨੇ ਜੋ ਪੁਆਇੰਟ ਕਿਹਾ ਸੀ, ਮੈਂ ਉਸ ਦੇ ਉੱਤੇ 105 ਕਰੋੜ ਰੁਪਇਆ ਡੀਸੀਜ਼ ਦੇ ਖਾਤਿਆਂ 'ਚ ਜਾ ਚੁੱਕਿਆ ਹੈ ਜੀ। 105 ਕਰੋੜ ਰੁਪਇਆ ਜਿਹੜਾ ਕਹਿ ਰਿਹਾ ਕਿੱਥੇ ਕਿੰਨਾ ਪੈਸਾ ਦਿੱਤਾ ਇਹਨਾਂ ਦਾ, ਮੈਂ ਇੱਕ ਹੀ ਗੱਲ ਦਾ ਜਵਾਬ ਦੇ ਰਿਹਾ। 105 ਕਰੋੜ ਰੁਪਇਆ ਇਸੇ ਲਈ ਡਿਜ਼ਾਸਟਰ ਮੈਨੇਜਮੈਂਟ ਦੇ ਲਈ ਜਿਹੜਾ ਨੁਕਸਾਨ ਹੋ ਰਿਹਾ, ਆਲਮੋਸਟ 5.5 ਕਰੋੜ ਇੱਕ ਜ਼ਿਲ੍ਹੇ ਦੇ ਵਿੱਚ। ਜੇ 19 ਜ਼ਿਲ੍ਹਿਆਂ 'ਚ ਨੁਕਸਾਨ ਹੋਇਆ, 5-6 ਕਰੋੜ ਰੁਪਏ ਇੱਕ ਜ਼ਿਲ੍ਹੇ ਦਾ। ਨਹੀਂ ਜਿਹੜਾ ਇਹ ਫੌਰੀ ਹੈ, ਠੀਕ ਹੈ, ਇਹ ਫੌਰੀ ਹੈ, ਕੋਈ ਲਾਸਟ ਨਹੀਂ ਹੈ।